ਮੇਰਾ ਨਾਮ ਰੀਨਾ ਹੈ। ਮੈਂ 20 ਸਾਲ ਦੀ ਹੋ ਗਈ ਸੀ, ਪਰ ਕੋਈ ਵੀ ਔਰਤ ਮੈਨੂੰ ਆਪਣੀ ਨੂੰਹ ਬਣਾਉਣ ਦੇ ਲਈ ਤਿਆਰ ਹੀ ਨਹੀਂ ਸੀ, ਕਿਉਂਕਿ ਮੇਰੀ ਰੰਗਤ ਸਾਵਲੀ ਸੀ ਤੇ ਦੇਖਣ ਵਿੱਚ ਵੀ ਠੀਕ ਠਾਕ ਹੀ ਸੀ। ਅਤੇ ਮੇਰੀ ਮਾਂ ਮੇਰੇ ਵਿਆਹ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਰਹਿੰਦੀ ਸੀ। ਇੱਕ ਦਿਨ ਰਿਸ਼ਤਾ ਕਰਵਾਉਣ ਵਾਲੀ ਮੇਰੇ ਵਾਸਤੇ ਇੱਕ ਰਿਸ਼ਤਾ ਲੈ ਆਈ। ਲੜਕਾ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ, ਪਰ ਉਸ ਦਾ ਅੱਗੇ ਪਿੱਛੇ ਕੋਈ ਨਹੀਂ ਸੀ। ਉਸ ਦੇ ਮਾਂ-ਬਾਪ ਦੀ ਮੌਤ ਹੋ ਗਈ ਸੀ। ਉਸ ਨੂੰ ਉਸ ਦੇ ਮਾਮੂ ਨੇ ਹੀ ਪਾਲਿਆ ਸੀ। ਹੁਣ ਇੱਕ ਛੋਟੀ ਜਿਹੀ ਪ੍ਰਾਈਵੇਟ ਨੌਕਰੀ ਕਰਦਾ ਹੈ ਤੇ ਕਿਰਾਏ ਦੇ ਘਰ 'ਚ ਰਹਿੰਦਾ ਸੀ। ਮੇਰੀ ਮਾਂ ਨੇ ਮੇਰੇ ਵਾਸਤੇ ਇਹ ਰਿਸ਼ਤਾ ਮੁਨਾਸਿਬ ਸਮਝਿਆ ਅਤੇ ਮੇਰਾ ਵਿਆਹ ਉਸ ਲੜਕੇ ਸਮੀਰ ਦੇ ਨਾਲ ਕਰ ਦਿੱਤਾ। ਵਿਆਹ ਦੇ 3 ਸਾਲ ਤਾਂ ਮੇਰੇ ਸਮੀਰ ਦੇ ਨਾਲ ਬਹੁਤ ਵਧੀਆ ਗੁਜ਼ਰੇ, ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਇੱਕ ਬਾਂਝ ਔਰਤ ਹਾਂ ਅਤੇ ਸਾਰੀ ਜ਼ਿੰਦਗੀ ਉਸ ਨੂੰ ਔਲਾਦ ਦੀ ਖੁਸ਼ੀ ਨਹੀਂ ਦੇ ਸਕਦੀ, ਉਦੋਂ ਉਹ ਮੇਰੇ ਕੋਲੋਂ ਦੂਰ ਦੂਰ ਰਹਿਣ ਲੱਗਾ। ਛੋਟੀ ਛੋਟੀ ਗੱਲ ਤੇ ਉਹ ਮੇਰੇ ਨਾਲ ਝਗੜਾ ਸ਼ੁਰੂ ਕਰ ਦਿੰਦਾ। ਮੇਰਾ ਇਸ ਦੁਨੀਆ ਵਿੱਚ ਮੇਰੀ ਮਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਉਹ ਵਿਚਾਰੀ ਕੱਪੜੇ ਸਿਲਾਈ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ। ਮੈਂ ਸਮੀਰ ਦੀਆਂ ਗੱਲਾਂ ਚੁੱਪ ਕਰਕੇ ਸੁਣਦੀ ਰਹਿੰਦੀ, ਉਸ ਨੂੰ ਕੋਈ ਵੀ ਜਵਾਬ ਨਾ ਦਿੰਦੀ, ਕਿਉਂਕਿ ਮੈਨੂੰ ਪਤਾ ਸੀ ਕਿ ਸਮੀਰ ਹੁਣ ਮੇਰੇ ਕੋਲੋਂ ਜਾਨ ਛਡਾਉਣਾ ਚਾਹੁੰਦਾ ਹੈ ਅਤੇ ਉਹ ਤਲਾਕ ਦੇਣ ਦੇ ਬਹਾਨੇ ਲੱਭ ਰਿਹਾ, ਤੇ ਮੈਂ ਤਲਾਕ ਲੈ ਕੇ ਆਪਣੀ ਬੁੱਢੀ ਮਾਂ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਮੇਰੀ ਜ਼ਿੰਦਗੀ ਇਸ ਤਰ੍ਹਾਂ ਗੁਜ਼ਰਦੀ ਰਹੀ ਤੇ ਸਾਡੇ ਵਿਆਹ ਨੂੰ 15 ਸਾਲ ਗੁਜ਼ਰ ਗਏ। ਉਹ ਮੇਰੇ ਨਾਲ ਕੋਈ ਵੀ ਗੱਲ ਨਹੀਂ ਸੀ ਕਰਦੇ। ਇੱਕ ਦਿਨ ਉਹ ਘਰ ਆਏ ਤੇ ਉਹਨਾਂ ਦੇ ਨਾਲ ਇੱਕ ਔਰਤ ਅਤੇ 2 ਬੱਚੇ ਸੀ, ਜੋ ਉਹਨਾਂ ਨੂੰ ਪਾਪਾ ਪਾਪਾ ਕਹਿ ਕੇ ਬੁਲਾ ਰਹੇ ਸੀ। ਇਹ ਦੇਖ ਕੇ ਮੇਰਾ ਕਾਲਜਾ ਤਾਂ ਬਾਹਰ ਨੂੰ ਆਉਣ ਲੱਗਾ ਕਿ ਸਮੀਰ ਨੇ ਕਦੋਂ ਤੋਂ ਦੂਜਾ ਵਿਆਹ ਕੀਤਾ ਹੋਇਆ ਸੀ ਅਤੇ ਮੈਨੂੰ ਇਸ ਗੱਲ ਦੀ ਖਬਰ ਤੱਕ ਨਹੀਂ ਹੋਈ। ਸਮੀਰ ਨੇ ਔਲਾਦ ਦੀ ਖਾਤਰ ਦੂਜਾ ਵਿਆਹ ਤੱਕ ਕਰ ਲਿਆ ਸੀ ਅਤੇ ਆਪਣੀ ਦੂਜੀ ਪਤਨੀ ਨੂੰ ਮੇਰੇ ਬਾਰੇ ਕੁਝ ਵੀ ਨਹੀਂ ਸੀ ਦੱਸਿਆ। ਪਰ ਹੁਣ ਹਾਲਾਤ ਖਰਾਬ ਹੋਣ ਦੀ ਵਜ੍ਹਾ ਨਾਲ ਉਸ ਨੂੰ ਇੱਥੇ ਘਰ ਲੈ ਆਏ ਸੀ। ਮੇਰੀ ਹੈਸੀਅਤ ਤਾਂ ਪਹਿਲਾਂ ਵੀ ਇੱਕ ਨੌਕਰਾਨੀ ਜਿਹੀ ਸੀ, ਪਰ ਉਸ ਰਾਤ ਸਮੀਰ ਦੀ ਦੂਜੀ ਪਤਨੀ ਨੇ ਹੰਗਾਮਾ ਖੜਾ ਕਰ ਦਿੱਤਾ। ਇਸ ਘਰ ਵਿੱਚ ਜਾਂ ਤਾਂ ਉਹ ਰਹੇਗੀ ਜਾਂ ਮੈਂ ਤਾਂ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੀ ਸੀ ਕਿ ਅਚਾਨਕ ਮੇਰੇ ਕਮਰੇ ਵਿੱਚ ਸਮੀਰ ਆਏ ਤੇ ਉਹਨਾਂ ਦਾ ਇਹ ਰੂਪ ਮੈਂ ਪਹਿਲੀ ਵਾਰ ਵੇਖਿਆ ਸੀ। ਉਹਨਾਂ ਨੇ ਮੇਰੇ ਉੱਪਰ ਬਹੁਤ ਸਾਰੇ ਗਲਤ ਇਲਜ਼ਾਮ ਲਗਾਏ ਤੇ ਮੈਨੂੰ ਤਲਾਕ ਦੇ ਕੇ ਘਰੋਂ ਕੱਢ ਦਿੱਤਾ। ਮੈਂ ਰੋਂਦੀ ਹੋਈ ਆਪਣੀ ਮਾਂ ਦੇ ਘਰ ਆ ਗਈ। ਮੇਰੀ ਕੋਈ ਔਲਾਦ ਨਹੀਂ ਸੀ। ਸਬਰ ਕਰਨ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਰਾਸਤਾ ਵੀ ਨਹੀਂ ਸੀ। ਮੇਰੀ ਮਾਂ ਨੇ ਮੈਨੂੰ ਦਿਲਾਸਾ ਦਿੱਤਾ। ਹੁਣ ਮੈਂ ਆਪਣੀ ਮਾਂ ਦੇ ਨਾਲ ਰਹਿੰਦੀ ਸੀ। ਮੈਂ ਅਤੇ ਮੇਰੀ ਮਾਂ ਦਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਸੀ। ਹੁਣ ਮੇਰੀ ਉਮਰ 35 ਸਾਲ ਹੋ ਗਈ। ਹੁਣ ਮੇਰੀ ਮਾਂ ਮੇਰਾ ਦੂਜਾ ਵਿਆਹ ਕਰਨਾ ਚਾਹੁੰਦੀ ਸੀ, ਕਿਉਂਕਿ ਹੁਣ ਉਹ ਬਹੁਤ ਬਿਮਾਰ ਰਹਿੰਦੀ ਸੀ। ਪਰ ਮੇਰੀ ਬਦਸੂਰਤੀ ਅਤੇ ਸਾਡੀ ਗਰੀਬੀ ਮੇਰੇ ਰਿਸ਼ਤੇ ਦੇ ਵਿੱਚ ਹਮੇਸ਼ਾ ਦੀਵਾਰ ਬਣ ਜਾਂਦੀ ਸੀ। ਹੁਣ ਮੈਂ ਵੀ ਆਪਣੀ ਬੁੱਢੀ ਮਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ। ਮੈਂ ਬਾਂਝ ਸੀ ਤੇ ਹੁਣ ਮੈਨੂੰ ਆਪਣੇ ਵਿਆਹ ਦੇ ਨਾਮ ਤੋਂ ਵੀ ਨਫ਼ਰਤ ਹੋ ਗਈ ਸੀ। ਇਸ ਕਰਕੇ ਮੈਂ ਨੌਕਰੀ ਕਰਨ ਲੱਗ ਪਈ। ਨੌਕਰੀ ਵਿੱਚ ਹੌਲੀ ਹੌਲੀ ਮੈਨੂੰ ਤਰੱਕੀ ਮਿਲਦੀ ਗਈ ਅਤੇ ਹੁਣ ਤਾਂ ਸਾਡੇ ਹਾਲਾਤ ਵੀ ਬਦਲ ਗਏ। ਜਦੋਂ ਵੀ ਮੈਂ ਕਦੇ ਸ਼ੀਸ਼ੇ ਦੇ ਸਾਹਮਣੇ ਖੜੀ ਹੁੰਦੀ ਤਾਂ ਆਪਣੇ ਵਾਲਾਂ ਨੂੰ ਚਿੱਟਾ ਹੁੰਦਾ ਦੇਖ ਮੇਰਾ ਦਿਲ ਡੁੱਬ ਜਿਹਾ ਜਾਂਦਾ। ਮੈਂ ਬੁੱਢੀ ਹੋ ਚੁੱਕੀ ਸੀ ਤੇ ਹੌਲੀ ਹੌਲੀ ਮੈਂ ਇਹ ਗੱਲ ਜਾਣ ਗਈ ਸੀ ਕਿ ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਬਹਾਰ ਨਹੀਂ ਉਤਰਨ ਵਾਲੀ। ਮੇਰੀ ਜ਼ਿੰਦਗੀ ਤਾਂ ਜਿੱਦਾਂ ਖਤਮ ਹੋ ਗਈ ਸੀ। ਮੈਂ ਘਰ ਤੋਂ ਸਿੱਧਾ ਦਫ਼ਤਰ ਜਾਂਦੀ ਤੇ ਦਫ਼ਤਰ ਤੋਂ ਸਿੱਧਾ ਘਰ, ਬਸ ਇਹੀ ਮੇਰੀ ਜ਼ਿੰਦਗੀ ਸੀ। ਮੈਂ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ। ਹਰ ਲੜਕੀ ਦੀ ਤਰ੍ਹਾਂ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਕਿਸੇ ਜੀਵਨ ਸਾਥੀ ਦਾ ਸਾਥ ਨਹੀਂ ਸੀ ਲਿਖਿਆ। ਸਮੀਰ ਨੇ ਮੈਨੂੰ ਇੰਨੇ ਦੁੱਖ ਦਿੱਤੇ ਸੀ ਕਿ ਹੁਣ ਮੈਂ ਇਕੱਲੇ ਜੀਣਾ ਸਿੱਖ ਲਿਆ ਸੀ। ਉਸਨੇ ਤਾਂ ਮੈਨੂੰ ਆਪਣੇ ਮੁਹੱਲੇ ਵਿੱਚ ਵੀ ਬਦਨਾਮ ਕਰ ਦਿੱਤਾ ਸੀ। ਹਰ ਮਰਦ ਮੈਨੂੰ ਬੁਰੀ ਔਰਤ ਸਮਝਦਾ। ਮਾਂ ਪਿਛਲੇ ਕੁਝ ਦਿਨਾਂ ਤੋਂ ਜ਼ਿਆਦਾ ਬਿਮਾਰ ਰਹਿਣ ਲੱਗ ਪਈ। ਕਿਤੇ ਨਾ ਕਿਤੇ ਮੇਰੇ ਤਲਾਕ ਦਾ ਦੁੱਖ ਉਸ ਨੂੰ ਚੁੰਬੜ ਗਿਆ ਸੀ ਅਤੇ ਉਹਨਾਂ ਦੀ ਸਿਹਤ ਦਿਨੋਂ ਦਿਨ ਡਿੱਗਦੀ ਜਾ ਰਹੀ ਸੀ। ਇੱਕ ਦਿਨ ਮੈਂ ਦਫ਼ਤਰ ਤੋਂ ਵਾਪਸ ਪਹੁੰਚੀ ਤਾਂ ਮਾਂ ਬਹੁਤ ਹੀ ਨਿਢਾਲ ਸੀ। ਮੈਂ ਤੁਰੰਤ ਮਾਂ ਨੂੰ ਰਿਕਸ਼ੇ ਵਿੱਚ ਬਿਠਾ ਕੇ ਨਾਲ ਦੇ ਇੱਕ ਛੋਟੇ ਜਿਹੇ ਹਸਪੀਟਲ 'ਚ ਲੈ ਗਈ। ਡਾਕਟਰ ਸਾਹਿਬ ਤਾਂ ਉੱਥੇ ਮੌਜੂਦ ਨਹੀਂ ਸੀ, ਪਰ ਉੱਥੇ ਕੰਮ ਕਰਨ ਵਾਲਾ ਲੜਕਾ ਬਹੁਤ ਹੀ ਚੰਗਾ ਸੀ। ਉਸਨੇ ਮਾਂ ਦੀ ਖਰਾਬ ਤਬੀਅਤ ਨੂੰ ਦੇਖ ਕੇ ਇੱਕ ਗੋਲੀ ਤੁਰੰਤ ਮਾਂ ਦੇ ਮੂੰਹ 'ਚ ਰੱਖ ਦਿੱਤੀ ਤੇ ਕਹਿਣ ਲੱਗਾ, ਤੁਸੀਂ ਡਾਕਟਰ ਦੇ ਆਉਣ ਦਾ ਇੰਤਜ਼ਾਰ ਕਰੋ।
ਮਾਂ ਦੀ ਤਬੀਅਤ ਵਿੱਚ ਕੁਝ ਰਾਹਤ ਹੋ ਗਈ ਸੀ। ਮਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ ਤੇ ਜੀਭ ਥੱਲੇ ਗੋਲੀ ਰੱਖਣ ਨਾਲ ਕਾਫੀ ਫਰਕ ਪਿਆ ਸੀ। ਜਿੰਨੀ ਦੇਰ ਤੱਕ ਡਾਕਟਰ ਸਾਹਿਬ ਨਹੀਂ ਆਏ ਸੀ, ਉਹ ਲੜਕਾ ਸਾਡੇ ਕੋਲ ਹੀ ਖੜਾ ਰਿਹਾ ਸੀ। ਉਸ ਦਾ ਨਾਮ ਅਰਸ਼ ਸੀ। ਉਹ ਮੇਰੇ ਕੋਲੋਂ ਮਾਂ ਦੇ ਬਾਰੇ ਪੁੱਛ ਰਿਹਾ ਸੀ ਅਤੇ ਇੱਕ ਪਰਚੀ ਤੇ ਲਿਖਦਾ ਜਾ ਰਿਹਾ ਸੀ। ਡਾਕਟਰ ਸਾਹਿਬ ਆਏ ਤਾਂ ਉਹ ਖੁਦ ਮਾਂ ਨੂੰ ਅੰਦਰ ਲੈ ਗਏ, ਚੈੱਕਅਪ ਕੀਤਾ ਤੇ ਦਵਾਈ ਦੇ ਦਿੱਤੀ। ਅਸੀਂ ਵਾਪਸ ਆਉਣ ਲੱਗੇ ਤਾਂ ਉਸ ਲੜਕੇ ਨੇ ਆਪਣੇ ਨੰਬਰ ਦੇ ਦਿੱਤਾ ਕਿ ਜਦੋਂ ਵੀ ਕੋਈ ਇਦਾਂ ਦੀ ਗੱਲਬਾਤ ਹੋਵੇ ਤਾਂ ਮੈਨੂੰ ਫੋਨ ਕਰ ਦੇਣਾ। ਉਹ 20 ਸਾਲ ਦਾ ਬਹੁਤ ਖੂਬਸੂਰਤ ਲੜਕਾ ਸੀ, ਪਰ ਉਸ ਤੋਂ ਵੀ ਕਿਤੇ ਜ਼ਿਆਦਾ ਮੈਨੂੰ ਉਸ ਦਾ ਸੁਭਾਅ ਵਧੀਆ ਲੱਗਿਆ ਸੀ। ਉਹ ਸਾਰੇ ਮਰੀਜ਼ਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆ ਰਿਹਾ ਸੀ। ਮੇਰੇ ਵਾਸਤੇ ਹੁਣ ਨੌਕਰੀ 'ਤੇ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਸੀ, ਕਿਉਂਕਿ ਮੈਨੂੰ ਨੌਕਰੀ 'ਤੇ ਵੀ ਹਰ ਸਮੇਂ ਆਪਣੀ ਮਾਂ ਦੀ ਫਿਕਰ ਸਤਾਉਣ ਲੱਗ ਪਈ। 2 ਦਿਨ ਬਾਅਦ ਮਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਪਈ ਆ। ਮੈਂ ਦਫ਼ਤਰ ਤੋਂ ਛੁੱਟੀ ਲੈਣੀ ਚਾਹੀ, ਪਰ ਮੈਨੂੰ ਛੁੱਟੀ ਨਾ ਮਿਲੀ। ਮੈਂ ਅਰਸ਼ ਨੂੰ ਮਜਬੂਰੀ ਵਿੱਚ ਫੋਨ ਲਗਾਇਆ ਤੇ ਉਸ ਨੂੰ ਆਪਣਾ ਮਸਲਾ ਦੱਸਿਆ। ਉਹ ਤੁਰੰਤ ਹੀ ਮੇਰੇ ਘਰ ਜਾਣ ਦੇ ਲਈ ਰਾਜ਼ੀ ਹੋ ਗਿਆ। ਕੁਝ ਦੇਰ ਬਾਅਦ ਅਰਸ਼ ਦਾ ਫੋਨ ਆਇਆ ਸੀ ਤੇ ਉਸਨੇ ਮੈਨੂੰ ਦੱਸਿਆ ਕਿ ਮਾਂ ਦੀ ਤਬੀਅਤ ਹੁਣ ਬਿਹਤਰ ਹੋ ਗਈ ਆ। ਉਸਨੇ ਮੈਨੂੰ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਆਰਾਮ ਨਾਲ ਆਪਣਾ ਕੰਮ ਕਰੋ ਤੇ ਤੁਹਾਡੀ ਵਾਪਸੀ ਤੱਕ ਮੈਂ ਤੁਹਾਡੀ ਮਾਂ ਦੇ ਨਾਲ ਹੀ ਰਹਾਂਗਾ। ਇਹ ਸੁਣ ਕੇ ਮੈਨੂੰ ਤਸੱਲੀ ਹੋ ਗਈ। ਮੈਂ ਇੱਕ ਵਾਰ ਫਿਰ ਤੋਂ ਅਰਸ਼ ਦਾ ਦਿਲ ਤੋਂ ਸ਼ੁਕਰੀਆ ਅਦਾ ਕੀਤਾ। ਮੈਨੂੰ ਉਹ ਕੋਈ ਫਰਿਸ਼ਤਾ ਲੱਗ ਰਿਹਾ ਸੀ ਜੋ ਇਸ ਸਮੇਂ ਮੇਰੇ ਕੰਮ ਆ ਗਿਆ ਸੀ, ਕਿਉਂਕਿ ਮੇਰਾ ਦਫ਼ਤਰ ਤੋਂ ਨਿਕਲਣਾ ਬਿਲਕੁਲ ਵੀ ਮੁਮਕਿਨ ਨਹੀਂ ਸੀ। ਜਦੋਂ ਮੈਂ ਸ਼ਾਮ ਨੂੰ ਘਰ ਵਾਪਸ ਆਈ ਤਾਂ ਮਾਂ ਦੀ ਤਬੀਅਤ ਕਾਫੀ ਬਿਹਤਰ ਸੀ। ਮਾਂ ਨੇ ਮੈਨੂੰ ਦੱਸਿਆ ਕਿ ਅਰਸ਼ ਨੇ ਬਹੁਤ ਖਿਆਲ ਰੱਖਿਆ। ਉਹ ਰੋਜ਼ ਹੀ ਮਾਂ ਨੂੰ ਦੇਖਣ ਦੇ ਲਈ ਸਾਡੇ ਘਰ ਆਉਣ ਲੱਗਾ ਸੀ। ਹੁਣ ਤਾਂ ਉਹ ਸ਼ਾਮ ਦੇ ਸਮੇਂ ਪਾਬੰਦੀ ਨਾਲ ਆਉਂਦਾ ਤੇ ਖੁਦ ਹੀ ਮਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਦਾ। ਮੇਰੀ ਵੀ ਉਹਦੇ ਨਾਲ ਚੰਗੀ ਜਾਣ ਪਛਾਣ ਹੋ ਗਈ। ਅਰਸ਼ ਸਾਡੇ ਘਰ ਦਾ ਇੱਕ ਮੈਂਬਰ ਜਿਹਾ ਬਣ ਗਿਆ ਸੀ। ਮੇਰੇ ਵਾਸਤੇ ਤਾਂ ਉਹ ਮੇਰੇ ਛੋਟੇ ਭਰਾ ਵਰਗਾ ਸੀ। ਮੈਨੂੰ ਜਦੋਂ ਵੀ ਮਾਂ ਦੀ ਤਬੀਅਤ ਨੂੰ ਲੈ ਕੇ ਪਰੇਸ਼ਾਨੀ ਹੁੰਦੀ ਤਾਂ ਮੈਂ ਤੁਰੰਤ ਹੀ ਅਰਸ਼ ਨੂੰ ਫੋਨ ਕਰ ਦਿੰਦੀ, ਜੋ ਪਿਛਲੇ 5 ਸਾਲਾਂ ਤੋਂ ਹਸਪੀਟਲ ਵਿੱਚ ਕੰਮ ਕਰ ਰਿਹਾ ਸੀ। ਉਸ ਨੂੰ ਦਵਾਈ ਦੇ ਬਾਰੇ ਕਾਫੀ ਜਾਣਕਾਰੀ ਸੀ। ਇੱਕ ਦਿਨ ਜਦੋਂ ਅਰਸ਼ ਆਇਆ ਤਾਂ ਮਾਂ ਸੌਂ ਚੁੱਕੀ ਸੀ। ਮੈਂ ਹਮੇਸ਼ਾ ਦੀ ਤਰ੍ਹਾਂ ਚਾਹ ਬਣਾ ਕੇ ਉਹਨਾਂ ਦੇ ਕੋਲ ਆ ਬੈਠ ਗਈ। ਅਚਾਨਕ ਹੀ ਅਰਸ਼ ਨੇ ਇੱਕ ਇੱਦਾਂ ਦੀ ਗੱਲ ਕਹਿ ਦਿੱਤੀ ਕਿ ਮੈਂ ਹੈਰਾਨ ਰਹਿ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਅਰਸ਼ ਇਸ ਤਰ੍ਹਾਂ ਦੀ ਕੋਈ ਗੱਲ ਵੀ ਕਰ ਸਕਦਾ। ਮੈਨੂੰ ਲੱਗਿਆ ਕਿ ਸ਼ਾਇਦ ਉਹ ਮਜ਼ਾਕ ਕਰ ਰਿਹਾ। ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਅਤੇ ਉਸ ਨੂੰ ਪੁੱਛਣ ਲੱਗ ਪਈ ਕਿ ਉਸਨੇ ਆਪਣੀ ਪੜ੍ਹਾਈ ਕਿਉਂ ਛੱਡ ਦਿੱਤੀ। ਉਹ ਕਹਿਣ ਲੱਗਾ ਉਸ ਨੂੰ ਪੜ੍ਹਾਈ ਦਾ ਕੋਈ ਬਹੁਤਾ ਸ਼ੌਂਕ ਨਹੀਂ ਸੀ। ਉਹਦੇ ਪਿਤਾ ਜੀ ਨੇ ਬਹੁਤ ਜ਼ੋਰ ਦਿੱਤਾ, ਪਰ ਫਿਰ ਵੀ ਉਹ ਪੜ੍ਹਾਈ ਨਹੀਂ ਕਰ ਪਾਇਆ ਅਤੇ ਉਸਨੇ ਆਪਣੀ ਮਰਜ਼ੀ ਨਾਲ ਹੀ ਨੌਕਰੀ ਕਰ ਲਈ। ਉਸਦੇ ਮਾਂ-ਬਾਪ ਉਸਦੀ ਇਸ ਨੌਕਰੀ ਤੋਂ ਖੁਸ਼ ਤਾਂ ਨਹੀਂ ਸੀ, ਪਰ ਅਰਸ਼ ਦੇ ਅੱਗੇ ਉਹ ਕੁਝ ਵੀ ਨਹੀਂ ਕਰ ਸਕਦੇ ਸੀ, ਕਿਉਂਕਿ ਅਰਸ਼ ਮਿਜ਼ਾਜ ਦਾ ਜਿੱਦੀ ਸੀ। ਅਰਸ਼ ਕਹਿ ਰਿਹਾ ਸੀ ਕਿ ਉਸ ਨੂੰ ਮਰੀਜ਼ਾਂ ਨੂੰ ਠੀਕ ਹੁੰਦੇ ਦੇਖ ਬੜੀ ਖੁਸ਼ੀ ਹੁੰਦੀ ਹੈ ਤੇ ਬਹੁਤ ਸਕੂਨ ਮਿਲਦਾ। ਉਹ ਪੜ੍ਹ ਲਿਖ ਕੇ ਡਾਕਟਰ ਤਾਂ ਨਹੀਂ ਬਣ ਸਕਿਆ, ਪਰ ਉਸਨੇ ਆਪਣੇ ਇਸ ਕੰਮ ਵਿੱਚ ਇੰਨੀ ਮੁਹਾਰਤ ਹਾਸਲ ਕਰ ਲਈ ਸੀ ਕਿ ਉਹ ਡਾਕਟਰ ਦੀ ਤਰ੍ਹਾਂ ਹੀ ਹਰ ਮਰੀਜ਼ ਨੂੰ ਚੈੱਕ ਕਰਦਾ ਸੀ। ਮੈਨੂੰ ਅਰਸ਼ ਦੀ ਹਰ ਗੱਲ ਵੀ ਚੰਗੀ ਲੱਗਦੀ ਸੀ, ਪਰ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਮੈਨੂੰ ਵਿਆਹ ਦੇ ਲਈ ਕਹੇਗਾ, ਕਿਉਂਕਿ ਮੈਂ ਉਮਰ ਵਿੱਚ ਉਹਦੇ ਨਾਲੋਂ 15 ਸਾਲ ਵੱਡੀ ਸੀ ਅਤੇ ਇੱਕ ਤਲਾਕਸ਼ੁਦਾ ਔਰਤ ਸੀ। ਉਸਨੇ ਅਗਲੇ ਦਿਨ ਫਿਰ ਤੋਂ ਮੈਨੂੰ ਵਿਆਹ ਦਾ ਪੁੱਛਿਆ ਤਾਂ ਮੈਂ ਉਸ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਅਤੇ ਸਮਝਾਇਆ ਕਿ ਉਹ ਮੇਰੇ ਵਾਸਤੇ ਇੱਕ ਛੋਟੇ ਭਰਾ ਵਰਗਾ ਅਤੇ ਮੈਂ ਤਾਂ ਇਹ ਸੋਚ ਵੀ ਨਹੀਂ ਸਕਦੀ ਸੀ ਕਿ ਮੈਂ ਉਸ ਦੇ ਨਾਲ ਵਿਆਹ ਕਰਾਂਗੀ। ਮੇਰੀ ਗੱਲ ਸੁਣ ਕੇ ਅਰਸ਼ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਉਹ ਖਾਮੋਸ਼ੀ ਨਾਲ ਚਲਾ ਗਿਆ। ਮੈਨੂੰ ਲੱਗਿਆ ਉਹ ਅਗਲੇ ਦਿਨ ਨਹੀਂ ਆਵੇਗਾ, ਪਰ ਜਦੋਂ ਮੈਂ ਦਫ਼ਤਰ ਤੋਂ ਘਰ ਵਾਪਸ ਆਈ ਤਾਂ ਉਹ ਪਹਿਲਾਂ ਹੀ ਮੇਰੇ ਘਰ ਮੌਜੂਦ ਸੀ ਤੇ ਮਾਂ ਉਸ ਦੇ ਨਾਲ ਹੱਸ-ਹੱਸ ਗੱਲਾਂ ਕਰ ਰਹੀ ਸੀ। ਮਾਂ ਨੂੰ ਇੱਦਾਂ ਕਈ ਚਿਰਾਂ ਬਾਅਦ ਹੱਸਦਾ ਦੇਖ ਮੈਨੂੰ ਬੜੀ ਖੁਸ਼ੀ ਹੋਈ। ਉਸਨੇ ਮੈਨੂੰ ਦੇਖਦੇ ਹੀ ਬੜੇ ਅਦਬ ਨਾਲ ਬੁਲਾਇਆ ਤੇ ਫਿਰ ਤੋਂ ਮਾਂ ਦੇ ਨਾਲ ਗੱਲਾਂ ਕਰਨ ਲੱਗ ਪਿਆ। ਮੈਂ ਉਸ ਲੜਕੇ 'ਤੇ ਹੈਰਾਨ ਸੀ ਜਿਸ ਨੇ ਮੈਂ ਕੱਲ੍ਹ ਸਾਫ਼-ਸਾਫ਼ ਮਨਾ ਕਰ ਦਿੱਤਾ ਸੀ ਤੇ ਮੈਨੂੰ ਲੱਗਿਆ ਸੀ ਹੁਣ ਉਹ ਨਹੀਂ ਆਵੇਗਾ, ਪਰ ਉਹ ਤਾਂ ਹਮੇਸ਼ਾ ਦੀ ਤਰ੍ਹਾਂ ਮਾਂ ਦੇ ਨਾਲ ਖੁਸ਼ੀ-ਖੁਸ਼ੀ ਬੈਠਾ ਸੀ। ਮੈਂ ਫਰੈਸ਼ ਹੋ ਕੇ ਚਾਹ ਬਣਾਉਣ ਦੇ ਲਈ ਰਸੋਈ 'ਚ ਗਈ ਤਾਂ ਉਹ ਮੇਰੇ ਮਗਰ ਹੀ ਆ ਗਿਆ। ਉਸ ਦੀ ਆਹਟ 'ਤੇ ਮੈਂ ਚੌਂਕ ਕੇ ਪਲਟੀ ਤਾਂ ਉਹ ਮੈਨੂੰ ਕਹਿਣ ਲੱਗਾ, ਰੀਨਾ, ਤੁਸੀਂ ਕਦੋਂ ਤੱਕ ਇਕੱਲੀ ਜ਼ਿੰਦਗੀ ਬਤੀਤ ਕਰੋਗੇ? ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਤੇ ਹਮੇਸ਼ਾ ਖੁਸ਼ ਰੱਖਾਂਗਾ। ਮੈਂ ਗਹਿਰਾ ਸਾਹ ਲਿਆ ਤੇ ਅਰਸ਼ ਨੂੰ ਇੱਕ ਵਾਰ ਫਿਰ ਤੋਂ ਸਮਝਾਇਆ ਕਿ ਮੇਰੀ ਤੇ ਉਸ ਦੀ ਉਮਰ ਵਿੱਚ ਬਹੁਤ ਫਰਕ ਆ।
ਸਾਡਾ ਰਿਸ਼ਤਾ ਮੁਮਕਿਨ ਨਹੀਂ ਹੈ। ਮੈਂ ਜਾਣਦੀ ਸੀ ਕਿ ਜਿਸ ਤਰ੍ਹਾਂ ਦੀ ਅਰਸ਼ ਦੀ ਆਦਤ ਹੈ, ਜੇ ਮੈਂ ਸਖਤੀ ਦੇ ਨਾਲ ਪੇਸ਼ ਆਵਾਂਗੀ ਤਾਂ ਉਹ ਇਸ ਗੱਲ ਨੂੰ ਲੈ ਕੇ ਹੋਰ ਵੀ ਬਹਿਸ ਕਰੇਗਾ। ਇਸ ਕਰਕੇ ਮੈਂ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇੱਕ ਤਲਾਕਸ਼ੁਦਾ ਔਰਤ ਹਾਂ ਤੇ ਹੁਣ ਤਾਂ ਮੈਂ ਬੁੱਢੀ ਹੋ ਚੁੱਕੀ ਹਾਂ। ਤੂੰ ਕਿਸੇ ਜਵਾਨ ਲੜਕੀ ਦੇ ਨਾਲ ਵਿਆਹ ਕਰ। ਅਰਸ਼ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ। ਕਦੇ ਕਦੇ ਮੇਰੇ ਦਿਲ ਵਿੱਚ ਖਿਆਲ ਆਉਂਦਾ ਕਿ ਅਰਸ਼ ਮੇਰੇ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦਾ ਸੀ, ਜਦ ਕਿ ਉਹ ਕਮ ਉਮਰ ਤੇ ਖੂਬਸੂਰਤ ਸੀ। ਉਸ ਨੂੰ ਤਾਂ ਕੋਈ ਵੀ ਹਸੀਨ ਲੜਕੀ ਮਿਲ ਸਕਦੀ ਸੀ। ਇੱਕ ਦਿਨ ਮੈਂ ਉਸ ਨੂੰ ਗੁੱਸੇ 'ਚ ਕਿਹਾ, ਪਹਿਲਾਂ ਆਪਣੇ ਮਾਂ-ਬਾਪ ਨਾਲ ਜਾ ਕੇ ਗੱਲ ਕਰ, ਉਸ ਤੋਂ ਬਾਅਦ ਆ ਕੇ ਮੇਰੇ ਨਾਲ ਗੱਲ ਕਰਨਾ। ਉਸ ਤੋਂ ਬਾਅਦ ਹੀ ਮੈਂ ਕੋਈ ਫੈਸਲਾ ਕਰਾਂਗੀ। ਮੈਨੂੰ ਪੂਰਾ ਯਕੀਨ ਸੀ ਕਿ ਅਰਸ਼ ਦੇ ਮਾਂ-ਬਾਪ ਨਹੀਂ ਮੰਨਣਗੇ, ਕਿਉਂਕਿ ਕੋਈ ਵੀ ਮਾਂ ਆਪਣੇ 20 ਸਾਲ ਦੇ ਲੜਕੇ ਦਾ ਵਿਆਹ ਇੱਕ 35 ਸਾਲ ਦੀ ਤਲਾਕਸ਼ੁਦਾ ਔਰਤ ਨਾਲ ਨਹੀਂ ਕਰੇਗਾ। ਅਗਲੇ ਦਿਨ ਅਰਸ਼ ਸਾਡੇ ਘਰ ਆਇਆ ਤਾਂ ਉਸਨੇ ਵਿਆਹ ਦੀ ਕੋਈ ਵੀ ਗੱਲ ਨਾ ਕੀਤੀ। ਹੁਣ ਮੈਨੂੰ ਤਸੱਲੀ ਹੋ ਗਈ, ਉਹ ਮੈਨੂੰ ਪਰੇਸ਼ਾਨ ਨਹੀਂ ਕਰੇਗਾ। ਅਰਸ਼ ਨੂੰ ਸਾਡੇ ਘਰ ਆਉਂਦੇ ਹੋਏ 8 ਮਹੀਨੇ ਹੋ ਗਏ ਸੀ ਤੇ ਪਿਛਲੇ 2 ਮਹੀਨਿਆਂ 'ਚ ਉਸਨੇ ਇੱਕ ਵਾਰ ਵੀ ਵਿਆਹ ਦੀ ਗੱਲ ਨਹੀਂ ਕੀਤੀ ਸੀ। ਮੈਂ ਸਕੂਨ ਨਾਲ ਆਪਣੀ ਨੌਕਰੀ ਕਰ ਰਹੀ ਸੀ ਅਤੇ ਮਾਂ ਦੀ ਤਬੀਅਤ ਵੀ ਕਾਫੀ ਠੀਕ ਹੋ ਗਈ ਸੀ। ਮੇਰੀ ਨੌਕਰੀ 'ਚ ਤਰੱਕੀ ਹੋ ਗਈ। ਮੈਂ ਮਾਂ ਦੇ ਲਈ ਕੰਮ ਵਾਲੀ ਰੱਖਣਾ ਚਾਹੁੰਦੀ ਸੀ, ਪਰ ਕੋਈ ਭਰੋਸੇਮੰਦ ਔਰਤ ਨਹੀਂ ਮਿਲ ਰਹੀ ਸੀ ਜਿਸ ਨੂੰ ਮੈਂ ਆਪਣੀ ਗੈਰ ਮੌਜੂਦਗੀ ਵਿੱਚ ਆਪਣੇ ਮਾਂ ਦੇ ਘਰ ਛੱਡ ਸਕਦੀ। ਜਿੰਨਾ ਸਮਾਂ ਅਰਸ਼ ਸਾਡੇ ਘਰ ਰਹਿੰਦਾ ਓਨੀ ਦੇਰ ਤਾਂ ਸਾਡੇ ਘਰ ਰੌਣਕ ਰਹਿੰਦੀ, ਤੇ ਜਦੋਂ ਉਹ ਚਲਾ ਜਾਂਦਾ ਤਾਂ ਇੱਕ ਸ਼ਰਨਾਟਾ ਜਿਹਾ ਛਾ ਜਾਂਦਾ, ਕਿਉਂਕਿ ਮੈਂ ਘਰ ਦੇ ਕੰਮਾਂ 'ਚ ਰੁੱਝੀ ਰਹਿੰਦੀ ਤੇ ਮਾਂ ਇਕੱਲੀ ਮੰਜੇ ਤੇ ਪਈ ਰਹਿੰਦੀ। ਜਦੋਂ ਤਾਂ ਮੈਨੂੰ ਅਤੇ ਮਾਂ ਨੂੰ ਅਰਸ਼ ਦੀ ਇੰਨੀ ਆਦਤ ਹੋ ਗਈ ਸੀ ਕਿ ਜੇਕਰ ਕਿਤੇ ਉਹ ਇੱਕ ਦਿਨ ਨਾ ਆਉਂਦਾ ਤਾਂ ਮੈਂ ਖੁਦ ਹੀ ਉਸ ਨੂੰ ਫੋਨ ਕਰਕੇ ਉਸ ਦੀ ਖੈਰ ਖਬਰ ਪੁੱਛ ਲੈਂਦੀ। ਇੱਕ ਦਿਨ ਅਰਸ਼ ਸਾਡੇ ਘਰ ਆਇਆ ਤਾਂ ਬਹੁਤ ਹੀ ਜ਼ਿਆਦਾ ਖੁਸ਼ ਸੀ। ਮੈਨੂੰ ਦੇਖਦੇ ਹੀ ਤੁਰੰਤ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਾ ਉਸ ਦੇ ਮਾਂ-ਬਾਪ ਉਸ ਦਾ ਰਿਸ਼ਤਾ ਲੈ ਕੇ ਉਸ ਦੇ ਘਰ ਆਉਣ ਲਈ ਤਿਆਰ ਹਨ। ਉਹ ਮੈਨੂੰ ਪੁੱਛ ਰਿਹਾ ਸੀ ਕਿ ਤੁਸੀਂ ਦੱਸੋ ਮੈਂ ਉਹਨਾਂ ਨੂੰ ਕਦੋਂ ਬੁਲਾਵਾਂ। ਇਹ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉਸ ਨੂੰ ਪੁੱਛਿਆ, ਇਹ ਕੀ ਕਹਿ ਰਹੇ ਹੋ? ਕਹਿਣ ਲੱਗਾ, ਰੀਨਾ, ਤੁਸੀਂ ਹੀ ਤਾਂ ਕਿਹਾ ਸੀ ਜਦੋਂ ਮੇਰੇ ਮਾਂ-ਬਾਪ ਇਸ ਰਿਸ਼ਤੇ ਦੇ ਲਈ ਮੰਨ ਜਾਣਗੇ ਫਿਰ ਤੁਸੀਂ ਵਿਆਹ ਦੇ ਲਈ ਹਾਂ ਕਰ ਦੇਵੋਗੇ। ਮੈਂ ਇੰਨੇ ਮਹੀਨੇ ਲਗਾ ਕੇ ਆਪਣੇ ਮਾਂ-ਬਾਪ ਨੂੰ ਮਨਾ ਲਿਆ ਤੇ ਹੁਣ ਤੁਸੀਂ ਦੱਸੋ ਕਿ ਮੈਂ ਉਹਨਾਂ ਨੂੰ ਕਦੋਂ ਭੇਜਾਂ। ਖੁਸ਼ੀ ਅਰਸ਼ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੀ ਸੀ ਤੇ ਮੈਂ ਇਹ ਸੋਚ ਰਹੀ ਸੀ ਕਿ ਉਸਨੇ ਪਤਾ ਨਹੀਂ ਆਪਣੇ ਮਾਂ-ਬਾਪ ਨੂੰ ਕਿੰਨੀ ਮੁਸ਼ਕਲ ਨਾਲ ਮਨਾਇਆ ਹੈ। ਉਹ ਕਈ ਮਹੀਨਿਆਂ ਤੋਂ ਇਸੇ ਕਰਕੇ ਖਾਮੋਸ਼ ਸੀ, ਕਿਉਂਕਿ ਉਹ ਮੇਰੀ ਗੱਲ ਤੇ ਅਮਲ ਕਰ ਰਿਹਾ ਸੀ ਤੇ ਮੈਂ ਸਮਝ ਰਹੀ ਸੀ ਕਿ ਉਹ ਆਪਣੇ ਇਰਾਦੇ ਤੋਂ ਬਾਜ਼ ਆ ਗਿਆ। ਮੈਂ ਮਾਂ ਨੂੰ ਸਭ ਕੁਝ ਦੱਸ ਦਿੱਤਾ ਤੇ ਉਹਨਾਂ ਨਾਲ ਸਲਾਹ ਕੀਤੀ ਤਾਂ ਮਾਂ ਕਹਿਣ ਲੱਗੀ ਕਿ ਅਰਸ਼ ਤੋਂ ਚੰਗਾ ਲੜਕਾ ਤੇਰੇ ਵਾਸਤੇ ਕੌਣ ਹੋ ਸਕਦਾ। ਉਹਨਾਂ ਦੇ ਚਿਹਰੇ ਤੇ ਵੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਮਾਂ ਕਹਿਣ ਲੱਗੀ, ਤੂੰ ਉਸ ਦੇ ਨਾਲ ਵਿਆਹ ਕਰ ਲੈ, ਤੇਰੀ ਜ਼ਿੰਦਗੀ ਸਵਰ ਜਾਵੇਗੀ ਤੇ ਮੈਨੂੰ ਵੀ ਮਰਦੇ ਸਮੇਂ ਇਹ ਸਕੂਨ ਹੋਵੇਗਾ ਕਿ ਮੇਰੀ ਬੇਟੀ ਇਕੱਲੀ ਨਹੀਂ। ਮਾਂ ਕਹਿ ਰਹੀ ਸੀ ਕਿ ਵਿਆਹ ਤੋਂ ਬਾਅਦ ਤੂੰ ਨੌਕਰੀ ਛੱਡ ਦੇਣਾ ਤੇ ਆਰਾਮ ਨਾਲ ਘਰ ਸੰਭਾਲਣਾ। ਮਾਂ ਦੇ ਮਜਬੂਰ ਕਰਨ ਤੇ ਮੈਂ ਅਰਸ਼ ਨੂੰ ਕਿਹਾ, ਠੀਕ ਆ, ਉਹ ਆਪਣੇ ਮਾਂ-ਬਾਪ ਨੂੰ ਮੇਰੇ ਘਰ ਭੇਜ ਦੇਵੇ। ਅਗਲੇ ਹੀ ਦਿਨ ਅਰਸ਼ ਦੇ ਮਾਂ-ਬਾਪ ਰਿਸ਼ਤਾ ਲੈ ਕੇ ਆ ਗਏ। ਉਹ ਲੋਕ ਇਸ ਰਿਸ਼ਤੇ ਤੋਂ ਸ਼ਾਇਦ ਬਿਲਕੁਲ ਵੀ ਖੁਸ਼ ਨਹੀਂ ਸੀ ਅਤੇ ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੀ ਸੀ, ਕਿਉਂਕਿ ਮੇਰਾ ਤੇ ਅਰਸ਼ ਦਾ ਮੇਲ ਬੇਜੋੜ ਸੀ। ਜਿਸ ਨੂੰ ਵੀ ਇਸ ਰਿਸ਼ਤੇ ਦੇ ਬਾਰੇ ਪਤਾ ਲੱਗੇਗਾ ਤਾਂ ਉਹੀ ਇਹ ਕਹੇਗਾ ਕਿ ਇੱਕ ਬੁੱਢੀ ਔਰਤ ਨੇ ਜਵਾਨ ਲੜਕੇ ਨੂੰ ਫਸਾ ਲਿਆ। ਇਸ ਤਰ੍ਹਾਂ ਮੇਰਾ ਅਰਸ਼ ਦੇ ਨਾਲ ਰਿਸ਼ਤਾ ਹੋ ਗਿਆ। ਕਦੇ ਕਦੇ ਤਾਂ ਮੈਨੂੰ ਬਹੁਤ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਸੀ, ਜਿਸ ਨੂੰ ਮੈਂ ਆਪਣੇ ਛੋਟੇ ਭਰਾ ਵਾਂਗ ਸਮਝਦੀ ਸੀ। ਉਸ ਦੇ ਨਾਲ ਹੀ ਵਿਆਹ ਹੋ ਰਿਹਾ ਸੀ। ਅਰਸ਼ ਤੇ ਮੇਰਾ ਵਿਆਹ ਬਹੁਤ ਹੀ ਸਾਦਗੀ ਦੇ ਨਾਲ ਹੋਇਆ, ਕਿਉਂਕਿ ਮੈਂ ਵੀ ਬਹੁਤ ਧੂਮ-ਧਾਮ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਅਰਸ਼ ਦੇ ਮਾਂ-ਬਾਪ ਵੀ ਇਸ ਗੱਲ ਨੂੰ ਜ਼ਮਾਨੇ ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਦੀ ਨੂੰਹ ਇੱਕ 35 ਸਾਲ ਦੀ ਤਲਾਕਸ਼ੁਦਾ ਔਰਤ ਆ। ਆਂਢ-ਗੁਆਂਢ ਵਿੱਚ ਜਦੋਂ ਇਸ ਗੱਲ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਵੀ ਗੱਲਾਂ ਬਣਾਉਣ ਵਿੱਚ ਕੋਈ ਕਸਰ ਨਾ ਛੱਡੀ। ਨਾਲ ਹੀ ਗਵਾਂਢਣ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮਾਂ ਦੀ ਬਿਮਾਰੀ ਦੇ ਬਹਾਨੇ ਘਰ ਲੜਕੇ ਨੂੰ ਬੁਲਾ ਕੇ ਰੀਨਾ ਨੇ ਖੁਦ ਹੀ ਉਸ ਨੂੰ ਫਸਾਇਆ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਅੱਥਰੂ ਨਹੀਂ ਰੁਕ ਰਹੇ ਸੀ। ਵਿਦਾਈ ਦੇ ਸਮੇਂ ਮੈਂ ਆਪਣੀ ਮਾਂ ਦੇ ਗਲੇ ਲੱਗ ਕੇ ਬਹੁਤ ਰੋਈ। ਮਾਂ ਨੇ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਮੈਨੂੰ ਵਿਦਾ ਕਰ ਦਿੱਤਾ ਤੇ ਮੈਂ ਵਿਆਹ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ। ਸਹੁਰੇ ਘਰ ਕਦਮ ਰੱਖਦੇ ਸਮੇਂ ਮੇਰਾ ਦਿਲ ਅਜੀਬ ਹੀ ਅੰਦਰ ਜਿਹਾ ਧੜਕ ਰਿਹਾ ਸੀ। ਮੇਰੀ ਸੱਸ ਦਾ ਰਵੱਈਆ ਮੇਰੇ ਨਾਲ ਬਹੁਤ ਹੀ ਰੁੱਖਾ ਸੀ। ਮੈਂ ਦਿਲ ਹੀ ਦਿਲ ਵਿੱਚ ਸੋਚ ਲਿਆ ਸੀ ਕਿ ਮੈਂ ਆਪਣੀ ਖਿਦਮਤ ਨਾਲ ਆਪਣੀ ਸੱਸ ਦਾ ਦਿਲ ਜਿੱਤ ਲਵਾਂਗੀ ਤੇ ਅਰਸ਼ ਨੂੰ ਕਦੇ ਵੀ ਇਸ ਰਿਸ਼ਤੇ ਤੇ ਸ਼ਰਮਿੰਦਗੀ ਨਹੀਂ ਹੋਣ ਦੇਵਾਂਗੀ। ਮੇਰੀ ਸੱਸ ਨੇ ਮੈਨੂੰ ਅਰਸ਼ ਦੇ ਕਮਰੇ 'ਚ ਬਿਠਾ ਦਿੱਤਾ
ਅਤੇ ਕੁਝ ਹੀ ਦੇਰ ਹੋਈ ਕਿ ਅਰਸ਼ ਕਮਰੇ ਵਿੱਚ ਆ ਗਿਆ ਤੇ ਮੇਰੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਅਰਸ਼ ਮੇਰੇ ਕੋਲ ਬੈਠ ਕੇ ਚੁੱਪ ਕਰਕੇ ਮੇਰੇ ਚਿਹਰੇ ਨੂੰ ਦੇਖਦਾ ਰਿਹਾ। ਉਹ ਕਹਿ ਰਿਹਾ ਸੀ ਕਿ ਅੱਜ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਆਇਸ਼ ਪੂਰੀ ਹੋ ਗਈ ਆ। ਮੈਂ ਨਜ਼ਰਾਂ ਚੁੱਕ ਕੇ ਉਹਦੇ ਵੱਲ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਮੇਰੇ ਵਾਸਤੇ ਬਹੁਤ ਮੁਹੱਬਤ ਸੀ। ਉਹ ਕਹਿ ਰਿਹਾ ਸੀ ਕਿ ਰੀਨਾ, ਮੈਂ ਆਪਣੇ ਮਾਂ-ਬਾਪ ਨੂੰ ਇਸ ਰਿਸ਼ਤੇ ਦੇ ਲਈ ਬਹੁਤ ਮੁਸ਼ਕਲ ਨਾਲ ਮਨਾਇਆ। ਮੈਂ ਹਰ ਹਾਲ ਵਿੱਚ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਇਸ ਦੇ ਪਿੱਛੇ ਮੁਹੱਬਤ ਤੋਂ ਇਲਾਵਾ ਇੱਕ ਹੋਰ ਵਜ੍ਹਾ ਸੀ ਅਤੇ ਜਦੋਂ ਅਰਸ਼ ਨੇ ਇਹ ਵਜ੍ਹਾ ਦੱਸੀ ਤਾਂ ਮੇਰੇ ਅੱਥਰੂ ਨਹੀਂ ਰੁਕ ਰਹੇ ਸੀ। ਉਹ ਕਹਿਣ ਲੱਗਾ, ਰੀਨਾ, ਮੇਰੀ ਹਮੇਸ਼ਾ ਤੋਂ ਖੁਆਇਸ਼ ਸੀ ਕਿ ਮੈਂ ਆਪਣੇ ਤੋਂ ਵੱਡੀ ਲੜਕੀ ਨਾਲ ਵਿਆਹ ਕਰਾਂ ਅਤੇ ਫਿਰ ਹਸਪੀਟਲ ਵਿੱਚ ਮੈਨੂੰ ਤੁਸੀਂ ਮਿਲੇ ਅਤੇ ਜਦੋਂ ਮੇਰਾ ਤੁਹਾਡੇ ਘਰ ਆਉਣਾ ਜਾਣਾ ਸ਼ੁਰੂ ਹੋਇਆ ਤਾਂ ਮੈਂ ਹੌਲੀ-ਹੌਲੀ ਤੁਹਾਨੂੰ ਜਾਣਨ ਲੱਗਾ ਤਾਂ ਮੈਨੂੰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਤੁਸੀਂ ਬਹੁਤ ਹੀ ਖੂਬਸੂਰਤ ਦਿਲ ਦੀ ਮਾਲਕ ਹੋ। ਮੈਨੂੰ ਤੁਹਾਡੇ ਨਾਲ ਮੁਹੱਬਤ ਹੋ ਗਈ, ਪਰ ਜਦੋਂ ਤੁਸੀਂ ਕਿਹਾ ਕਿ ਪਹਿਲਾਂ ਆਪਣੇ ਮਾਂ-ਬਾਪ ਨੂੰ ਰਿਸ਼ਤੇ ਦੇ ਲਈ ਰਾਜ਼ੀ ਕਰ ਤਾਂ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਅਤੇ ਜਦੋਂ ਮੈਂ ਡਰਦੇ-ਡਰਦੇ ਆਪਣੇ ਰਿਸ਼ਤੇ ਦੇ ਬਾਰੇ ਗੱਲ ਕੀਤੀ ਤਾਂ ਮੇਰੇ ਬਾਪ ਬਹੁਤ ਗੁੱਸੇ ਹੋਏ। ਮੇਰੀ ਨੌਕਰੀ ਵੀ ਇੰਨੀ ਚੰਗੀ ਨਹੀਂ ਸੀ। ਮੇਰੇ ਵਿਆਹ ਤੋਂ ਬਾਅਦ ਆਪਣੀ ਪਤਨੀ ਦਾ ਖਰਚਾ ਬਰਦਾਸ਼ਤ ਕਰ ਸਕਦਾ ਤੇ ਇਹ ਗੱਲ ਮੇਰੇ ਮਾਂ-ਬਾਪ ਨੇ ਮੇਰੇ ਸਾਹਮਣੇ ਰੱਖ ਦਿੱਤੀ ਸੀ ਕਿ ਜਦੋਂ ਤੇਰੀ ਪਤਨੀ ਆ ਜਾਵੇਗੀ ਤਾਂ ਉਸ ਦਾ ਖਰਚਾ ਕੌਣ ਚੱਕੇਗਾ। ਮੇਰੇ ਪਿਤਾ ਜੀ ਨੇ ਕਿਹਾ, ਪਹਿਲਾਂ ਇਸ ਕਾਬਲ ਬਣ ਜਾਓ, ਫਿਰ ਆਪਣੀ ਪਸੰਦ ਨਾਲ ਸਾਨੂੰ ਦੱਸਣਾ। ਮੈਂ ਆਪਣੇ ਮਾਂ-ਬਾਪ ਦੀ ਇਸ ਗੱਲ ਨੂੰ ਪੂਰਾ ਕਰਨ ਲਈ ਆਪਣੀ ਜਿੰਨੀ ਵੀ ਜਮ੍ਹਾਂ ਪੂੰਜੀ ਸੀ ਉਹਨਾਂ ਦੇ ਨਾਲ ਇੱਕ ਮੈਡੀਕਲ ਸਟੋਰ ਖੋਲ੍ਹ ਲਿਆ ਅਤੇ 1-2 ਮਹੀਨਿਆਂ ਵਿੱਚ ਹੀ ਮੇਰਾ ਮੈਡੀਕਲ ਸਟੋਰ ਚੱਲ ਪਿਆ ਤੇ ਮੇਰੀ ਕਮਾਈ ਚੰਗੀ ਹੋ ਗਈ। ਮੈਂ ਜਦੋਂ ਦੁਬਾਰਾ ਤੋਂ ਘਰਦਿਆਂ ਦੇ ਨਾਲ ਤੁਹਾਡੇ ਨਾਲ ਰਿਸ਼ਤੇ ਦੀ ਗੱਲ ਕੀਤੀ ਤਾਂ ਉਹ ਮੰਨ ਗਏ। ਅਰਸ਼ ਦੀਆਂ ਗੱਲਾਂ ਸੁਣ ਕੇ ਮੇਰੀ ਅੱਖਾਂ ਵਿੱਚ ਅੱਥਰੂ ਆ ਰਹੇ ਸੀ। ਉਹ ਕਹਿਣ ਲੱਗਾ, ਆਪਣੇ ਤੋਂ ਵੱਡੀ ਉਮਰ ਦੀ ਲੜਕੀ ਨਾਲ ਵਿਆਹ ਕਰਨਾ ਮੇਰੀ ਦਿਲੀ ਰੀਝ ਸੀ, ਕਿਉਂਕਿ ਜੋ ਲੜਕੀ ਸਾਡੇ ਤੋਂ ਵੱਡੀ ਹੋਵੇਗੀ ਉਹ ਸਾਨੂੰ ਚੰਗੀ ਤਰ੍ਹਾਂ ਸਮਝ ਸਕਦੀ ਆ ਤੇ ਸਾਡੇ ਤੋਂ ਜ਼ਿਆਦਾ ਸਮਝਦਾਰ ਵੀ ਹੋਵੇਗੀ। ਨਹੀਂ ਤਾਂ ਅੱਜ ਕੱਲ੍ਹ ਛੋਟੀ ਉਮਰ ਦੀਆਂ ਲੜਕੀਆਂ ਹੀ ਵਿਆਹ ਤੋਂ ਬਾਅਦ ਝੱਟ ਤਲਾਕ ਲੈ ਕੇ ਕਿਸੇ ਹੋਰ ਲੜਕੇ ਨਾਲ ਵਿਆਹ ਕਰਵਾ ਲੈਂਦੀਆਂ। ਉਹਨਾਂ ਦੀ ਸਮਝ ਜੇ ਇੰਨੀ ਮਜ਼ਬੂਤ ਨਹੀਂ ਹੋਈ ਹੁੰਦੀ, ਉਹ ਕੋਈ ਫੈਸਲਾ ਵੀ ਲੈਣ ਤੋਂ ਪਹਿਲਾਂ ਸੋਚਦੀਆਂ ਨਹੀਂ। ਅਰਸ਼ ਦਾ ਕਹਿਣਾ ਸੀ ਕਿ ਮੈਨੂੰ ਪਤਾ ਸੀ ਕਿ ਤੁਹਾਡਾ ਤਲਾਕ ਹੋ ਗਿਆ ਹੈ, ਪਰ ਕੀ ਤੁਹਾਨੂੰ ਦੁਬਾਰਾ ਤੋਂ ਜ਼ਿੰਦਗੀ ਜੀਣ ਦਾ ਹੱਕ ਨਹੀਂ? ਤੁਹਾਡੇ ਵੀ ਤਾਂ ਕਈ ਅਰਮਾਨ ਹੋਣਗੇ। ਅਸੀਂ ਸਮਾਜ ਨੂੰ ਤਾਂ ਨਹੀਂ ਬਦਲ ਸਕਦੇ, ਪਰ ਇੱਕ ਕਦਮ ਚੁੱਕ ਕੇ ਛੋਟੀ ਜਿਹੀ ਕੋਸ਼ਿਸ਼ ਤਾਂ ਕਰ ਸਕਦੇ ਹਾਂ। ਅਰਸ਼ ਦਾ ਮੇਰੇ ਵਰਗੀ ਤਲਾਕਸ਼ੁਦਾ ਤੇ ਬਾਂਝ ਔਰਤ ਨਾਲ ਵਿਆਹ ਕਰਨ ਤੇ ਰੱਬ ਉਸ 'ਤੇ ਇੰਨਾ ਮਿਹਰਬਾਨ ਹੋਇਆ ਕਿ ਰੱਬ ਨੇ ਸਾਨੂੰ ਔਲਾਦ ਦੀ ਖੁਸ਼ੀ ਵੀ ਦੇ ਦਿੱਤੀ। ਇਹ ਔਲਾਦ ਦੀ ਖੁਸ਼ੀ ਰੱਬ ਵੱਲੋਂ ਸਾਡੇ ਲਈ ਤੋਹਫਾ ਸੀ। ਮੈਂ ਆਪਣੀ ਖਦਮਤ ਨਾਲ ਆਪਣੇ ਸੱਸ ਸਹੁਰੇ ਦਾ ਵੀ ਦਿਲ ਜਿੱਤ ਲਿਆ। ਮੇਰੇ ਪਹਿਲੇ ਪਤੀ ਨੇ ਮੇਰੇ ਨਾਲ ਜੋ ਕੁਝ ਵੀ ਕੀਤਾ ਮੈਂ ਉਸ ਨੂੰ ਉਹਦੇ ਲਈ ਵੀ ਮਾफ़ ਕਰ ਦਿੱਤਾ ਸੀ, ਕਿਉਂਕਿ ਹੁਣ ਉਹ ਬਹੁਤ ਬਿਮਾਰ ਸੀ। ਉਸ ਨੂੰ ਬਲੱਡ ਕੈਂਸਰ ਹੋ ਗਿਆ ਤੇ ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗੁਜ਼ਾਰ ਰਿਹਾ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਅਰਸ਼ ਨਾਲ ਵਿਆਹ ਕਰਕੇ ਠੀਕ ਕੀਤਾ ਜਾਂ ਨਹੀਂ? ਜਵਾਬ ਜ਼ਰੂਰ ਦੇਣਾ। ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।